ਮੈਂ ਹਰਵਿੰਦਰ ਕੌਰ, ਅਸਿਸਟੈਂਟ ਪ੍ਰੋਫੈਸਰ, ਪੰਜਾਬੀ ਵਿਭਾਗ, GGD, SG ਕਾਲਜ, ਹਰਿਆਣਾ, ਜ਼ਿਲ੍ਹਾ ਹੁਸ਼ਿਆਰਪੁਰ। ਅੱਜ ਤੁਹਾਡੇ ਨਾਲ ਪ੍ਰੋਫੈਸਰ ਪੂਰਨ ਸਿੰਘ ਦੀ ਕਵਿਤਾ ਪੁਰਾਣੇ ਪੰਜਾਬ ਨੂੰ ਆਵਾਜ਼ਾਂ ਦੀ ਵਿਆਖਿਆ ਸੰਬੰਧੀ ਗੱਲ ਕਰਾਂਗੀ। ਇਸ ਕਵਿਤਾ ਨੂੰ ਮੈਂ 2 ਹਿੱਸਿਆਂ ਵਿੱਚ ਵੰਡਿਆ ਹੈ। ਇਸ ਦੇ ਪਹਿਲੇ ਹਿੱਸੇ ਬਾਰੇ ਅਸੀਂ ਪਿਛਲੇ ਲੈਕਚਰ ਵਿੱਚ ਪੜ੍ਹ ਚੁੱਕੇ ਹਾਂ ਅਤੇ ਅੱਜ ਅਸੀਂ ਕਵਿਤਾ ਦੇ ਦੂਜੇ ਹਿੱਸੇ 'ਤੇ ਗੱਲ ਕਰਾਂਗੇ। ਇਸ ਕਵਿਤਾ ਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਮੋਹਾਲੀ ਵੱਲੋਂ 12ਵੀਂ ਕਲਾਸ ਦੀ ਲਾਜ਼ਮੀ ਪੰਜਾਬੀ ਦੇ ਸਿਲੇਬਸ ਵਿੱਚ ਸ਼ਾਮਿਲ ਕੀਤਾ ਗਿਆ ਹੈ। ਸੋਹਣਿਆ ਦੱਸ ਨਾ ਉਹ ਵੇਲੇ ਕਿੱਧਰ ਲੰਘ ਗਏ, ਉਹ ਪਿੱਪਲਾਂ ਦੇ ਪੱਤਿਆਂ ਦੀ ਝੂਮ ਝੂਮ, ਜਿਹੜੀ ਸਾਡੇ ਗੂੰਗੇ ਦਿਲਾਂ ਨੂੰ ਵਲੂੰਦਰਦੀ ਸੀ। ਉਹ ਖੜਕਦੇ ਕਿਉਂ ਨਿੰਮੋ ਚੂਣ ਹੋ ਅੱਜ, ਕੋਈ ਨਾਚ ਉਹਨਾਂ ਦਾ ਨਾ ਹੁਣ ਦੇਖਣੇ ਆਉਂਦਾ, ਕਿ ਅੰਦਰ ਦੀ ਖੁਸ਼ੀ ਸਾਰੀ ਮਰ ਗਈ। ਭੱਠ ਪਈ ਅੱਜ ਦੀ ਸਭਿਅਤਾ, ਜਿਹੜੀ ਦੌੜਦੀ ਹਫਦੀ, ਦੌੜ ਦੌੜ ਆਰਾਮ ਚਾਹੇ ਲੈਣਾ। ਇੱਕੋ ਵੇਰੀ ਇੱਕੋ ਦਿਨ ਦੋਹਾਂ ਹੱਥਾਂ ਨਾਲ। ਇਹ ਕਵਿਤਾ ਰੋਮਾਂਟਿਕ ਭਾਵਾਂ ਨਾਲ ਭਰਪੂਰ ਹੈ ਅਤੇ ਇਸ ਵਿੱਚ ਪ੍ਰੋਫੈਸਰ ਸਾਹਿਬ ਨੇ ਪੁਰਾਣੇ ਪੰਜਾਬ ਦੇ ਲੋਕਾਂ ਦੇ ਪ੍ਰੇਮ ਪਿਆਰ, ਰਹਿਣ ਸਹਿਣ, ਰੁਚੀਆਂ ਅਤੇ ਸੱਭਿਆਚਾਰ ਨੂੰ ਆਵਾਜ਼ਾਂ ਮਾਰੀਆਂ ਹਨ ਅਤੇ ਪੰਜਾਬ ਦੇ ਵਰਤਮਾਨ ਲੋਕਾਂ ਦੇ ਚਰਿੱਤਰ ਅਤੇ ਰਹਿਣੀ ਬਹਿਣੀ ਤੋਂ ਅਸੰਤੁਸ਼ਟਤਾ ਦਾ ਪ੍ਰਗਟਾਵਾ ਕੀਤਾ ਹੈ। ਇਹਨਾਂ ਸਤਰਾਂ ਵਿੱਚ ਪ੍ਰੋਫੈਸਰ ਪੂਰਨ ਸਿੰਘ ਪੰਜਾਬ ਦੀ ਵਰਤਮਾਨ ਸੱਭਿਅਤਾ ਸੰਬੰਧੀ ਦੁੱਖ ਭਰੇ ਭਾਵ ਪ੍ਰਗਟ ਕਰਦਾ ਹੋਇਆ ਪੁਰਾਤਨ ਪੰਜਾਬ ਦੀ ਸੱਭਿਅਤਾ ਨੂੰ ਯਾਦ ਕਰਦਾ ਹੈ। ਪ੍ਰੋਫੈਸਰ ਪੂਰਨ ਸਿੰਘ ਵਰਤਮਾਨ ਪੰਜਾਬ ਦੇ ਇੱਕ ਪੜ੍ਹੇ ਲਿਖੇ ਨੌਜਵਾਨ ਨੂੰ ਪੁੱਛਦਾ ਹੈ ਕਿ ਤੂੰ ਮੈਨੂੰ ਦੱਸ ਕਿ ਉਹ ਸਮੇਂ ਕਿੱਥੇ ਚਲੇ ਗਏ ਹਨ, ਜਦੋਂ ਪਿੱਪਲਾਂ ਦੇ ਪੱਤੇ ਝੂਮ ਝੂਮ ਕੇ ਸਾਡੇ ਗੂੰਗੇ ਦਿਲਾਂ ਉੱਪਰ ਡੂੰਘਾ ਅਸਰ ਪਾਉਂਦੇ ਸਨ। ਫਲਸਰੂਪ ਸਾਡੇ ਦਿਲਾਂ ਵਿੱਚੋਂ ਗੀਤ ਫੁੱਟਦੇ ਸਨ। ਅੱਜ ਉਹ ਪੱਤੇ ਨਿੰਮੋ ਚੂਣ 'ਤੇ ਬੇਅਸਰ ਜਿਹੇ ਹੋਏ ਖੜਕਦੇ ਸਨ। ਹੁਣ ਉਹਨਾਂ ਦਾ ਕੋਈ ਨਾਚ ਦਿਖਾਈ ਨਹੀਂ ਦਿੰਦਾ, ਕਿ ਹੁਣ ਉਹਨਾਂ ਦੇ ਅੰਦਰ ਦੀ ਸਾਰੀ ਖੁਸ਼ੀ ਮਰ ਗਈ ਹੈ। ਅੱਜ ਦੀ ਅਜਿਹੀ ਰਸਹੀਨ ਸੱਭਿਅਤਾ ਭੱਠੀ ਵਿੱਚ ਪਵੇ, ਜਿਹੜੀ ਆਪਣੀਆਂ ਖੁਦਗਰਜ਼ੀਆਂ ਦੀ ਪੂਰਤੀ ਲਈ ਦੌੜਦੀ ਤੇ ਹਫਦੀ ਹੈ। ਇਸ ਪ੍ਰਕਾਰ ਉਹ ਦੌੜ ਦੌੜ ਕੇ ਇੱਕੋ ਵਾਰੀ ਸਾਰੇ ਦੇ ਸਾਰੇ ਸੁੱਖ ਦੋਹਾਂ ਹੱਥਾਂ ਨਾਲ ਇਕੱਠੇ ਕਰ ਲੈਣਾ ਚਾਹੁੰਦੀ ਹੈ। ਇਸ ਪ੍ਰਕਾਰ ਵਰਤਮਾਨ ਪੰਜਾਬੀ ਸੱਭਿਅਤਾ ਹਰ ਜਾਇਜ਼ ਤੇ ਨਾਜਾਇਜ਼ ਤਰੀਕੇ ਨਾਲ ਪਦਾਰਥਕ ਸੁੱਖਾਂ ਦੀ ਪ੍ਰਾਪਤੀ ਦੇ ਪਿੱਛੇ ਲੱਗੀ ਹੋਈ ਹੈ। ਅੰਬਾਂ ਦੇ ਬੂਰ ਪਏ ਕਿਰਦੇ ਬੇਬਸ ਹੋ, ਸੋਹਣੀਆਂ ਪੀਂਘਾਂ ਹੁਣ ਨਾ ਝੂਟਦੀਆਂ। ਇਹ ਕੀ ਹੈ ਮੁਰਦਿਹਾਣ ਜਿਹੀ, ਉਹ ਹੁਣ ਪੁਰਾਣੇ ਵਿਆਹ ਦੇ ਰੰਗ ਨਹੀਂ, ਢੰਗ ਨਹੀਂ। ਕੁਛ ਉਧਲਣ ਉਧਾਲਣ ਜਿਹਾ ਬਸ ਲੱਗਦਾ। ਉਹ ਜੰਝਾਂ ਕਿੱਥੇ, ਉਹ ਵੇਹਲ, ਉਹ ਖੁੱਲ੍ਹ, ਉਹ ਚਾਅ, ਦੱਸੋ ਨਾ ਕਿੱਥੇ ਟੁਰ ਗਿਆ ਸਾਰਾ। ਇਹਨਾਂ ਸਤਰਾਂ ਵਿੱਚ ਪ੍ਰੋਫੈਸਰ ਪੂਰਨ ਸਿੰਘ ਵਰਤਮਾਨ ਪੰਜਾਬੀ ਸੱਭਿਅਤਾ ਦੇ ਵਿਆਹ ਢੰਗ ਉੱਪਰ ਚੋਟਾਂ ਕਰਦਾ ਹੋਇਆ ਪੰਜਾਬ ਦੇ ਰੌਣਕਾਂ ਭਰੇ ਪੁਰਾਤਨ ਵਿਆਹ ਢੰਗਾਂ ਨੂੰ ਯਾਦ ਕਰਦਾ ਹੈ। ਪ੍ਰੋਫੈਸਰ ਪੂਰਨ ਸਿੰਘ ਅਜੋਕੀ ਪੰਜਾਬੀ ਸੱਭਿਅਤਾ ਦੇ ਇੱਕ ਪੜ੍ਹੇ ਲਿਖੇ ਨੌਜਵਾਨ ਨੂੰ ਕਹਿੰਦਾ ਹੈ ਕਿ ਅੱਜ ਕੱਲ੍ਹ ਸੋਹਣੀਆਂ ਕੁੜੀਆਂ
ਅੰਬਾਂ ਉੱਪਰ ਪੀਂਘਾਂ ਪਾ ਕੇ ਨਹੀਂ ਝੂਟਦੀਆਂ। ਅੱਜ ਅੰਬਾਂ ਦੇ ਬੂਰ ਪੀਂਘ ਦੇ ਹੁਲਾਰਿਆਂ ਨਾਲ ਨਹੀਂ, ਸਗੋਂ ਬੇਵੱਸ ਹੋ ਕੇ ਕਿਰਦੇ ਹਨ। ਅੱਜ ਦੇ ਪੰਜਾਬੀ ਜੀਵਨ ਉੱਤੇ ਕੋਈ ਮੁਰਦੇਹਾਣੀ ਜਿਹੀ ਛਾਈ ਦਿਖਾਈ ਦਿੰਦੀ ਹੈ। ਅੱਜ ਕੱਲ੍ਹ ਇਸ ਜੀਵਨ ਵਿੱਚ ਵਿਆਹਾਂ ਦੀਆਂ ਪੁਰਾਣੀਆਂ ਰੰਗੀਨੀਆਂ ਦੇ ਤਰੀਕੇ ਮੌਜੂਦ ਨਹੀਂ ਰਹੇ। ਅੱਜ ਤਾਂ ਇਸ ਤਰ੍ਹਾਂ ਲੱਗਦਾ ਹੈ ਜਿਵੇਂ ਕੁੜੀ ਮੁੰਡੇ ਨਾਲ ਉਦਲ ਗਈ ਹੋਵੇ ਤੇ ਮੁੰਡਾ ਕੁੜੀ ਨੂੰ ਉਧਾਲ ਕੇ ਲੈ ਗਿਆ ਹੋਵੇ। ਅੱਜ ਪੁਰਾਣੇ ਸਮੇਂ ਵਾਂਗ ਆ ਕੇ ਜੰਝਾਂ ਕਈ ਦਿਨ ਨਹੀਂ ਰਹਿੰਦੀਆਂ। ਅੱਜ ਦੇ ਵਿਆਹ ਢੰਗਾਂ ਵਿੱਚੋਂ ਵਿਹਲ, ਖੁੱਲ੍ਹ ਤੇ ਚਾਅ ਸਾਰਾ ਕਿਧਰੇ ਉੱਡ ਗਿਆ ਲੱਗਦਾ ਹੈ। ਅੱਜ ਦੇ ਵਿਆਹ ਢੰਗ ਰਸਹੀਨ ਤੇ ਫਿੱਕੇ ਹਨ। ਉਹ ਸ਼ਗਨ ਮਨਾਵਣੇ, ਉਹ ਢੋਲਕੀਆਂ ਦੇ ਗੀਤ ਜਿਹੜੇ ਗੀਤ ਦੀ ਰਗ ਛੇੜਦੇ, ਉਹ ਕੁੜੀਆਂ ਕੰਵਾਰੀਆਂ ਦੇ ਮਨ ਤੇ ਚਾਅ ਦੇ ਟੱਪੇ, ਨਿੱਕੇ ਨਿੱਕੇ ਕੋਇਲਾਂ ਦੀਆਂ ਭਾਂਤ ਬੋਲੀਆਂ, ਉਹ ਰਾਗ ਨਵੇਂ ਸੱਜਰੇ ਸਿੱਜੇ ਭਿੱਜੇ ਰੂਹਾਂ ਵਿੱਚੋਂ ਜਿਹੜੇ ਨਿਕਲਦੇ, ਉਹ ਘੋੜੀਆਂ, ਉਹ ਸੁਹਾਗ, ਉਹ ਦੋ ਗੱਲਾਂ ਦੇ ਹਾਸੇ, ਉਹ ਮਖੌਲੀ ਤਬੀਅਤਾਂ ਖੁਸ਼ੀ ਭਰਨ ਵਾਲੀਆਂ, ਉਹ ਦਾਤੇ, ਉਹ ਭੰਡਾਰੀ, ਉਹ ਜਾਜੀ, ਉਹ ਮਾਝੀ, ਉਹ ਜੰਝਾਂ ਜਗਮਗ ਕਿੱਥੇ ਕੇਸਰ ਦੀਆਂ ਰੰਗੀਆਂ, ਉਹ ਲਾੜੇ ਦਾ ਘੋੜੀ 'ਤੇ ਚੜ੍ਹਨਾ, ਉਹ ਭੈਣਾਂ ਲਾੜੇ ਦੀਆਂ ਦਾ ਗਾਂਗਾਂ ਵਾਂਗਾਂ ਦਾ ਗੁੰਦਣਾ, ਉਹ ਘੋੜੀ ਚਿੱਟੇ ਦਾ ਨਾਦ ਤੇ ਚਾਅ ਵਿੱਚ ਲਾੜੇ ਨੂੰ ਚੁੱਕ ਮੋਢੇ ਖੁਸ਼ੀ ਥੀਣਾ, ਉਹਦੇ ਗਲ ਦੀਆਂ ਗਾਨੀਆਂ ਦਾ ਭੈਣਾਂ ਨਾਲ ਰਲ ਮਿਲ ਗਾਵਣਾ। ਪ੍ਰੋਫੈਸਰ ਪੂਰਨ ਸਿੰਘ ਅਜੋਕੇ ਪੰਜਾਬ ਦੇ ਇੱਕ ਪੜ੍ਹੇ ਲਿਖੇ ਨੌਜਵਾਨ ਨੂੰ ਕਹਿੰਦਾ ਹੈ ਕਿ ਅੱਜ ਕੱਲ੍ਹ ਦੇ ਵਿਆਹ ਢੰਗਾਂ ਵਿੱਚ ਨਾ ਤਾਂ ਪਹਿਲਾਂ ਵਾਂਗ ਸ਼ਗਨ ਮਨਾਏ ਜਾਂਦੇ ਹਨ ਤੇ ਨਾ ਹੀ ਸਾਰੇ ਸਰੀਰ ਦੀ ਰਗ ਵਿੱਚ ਇੱਕ ਕੰਬਣੀ ਜਿਹੀ ਛੇੜ ਦੇਣ ਵਾਲੇ ਢੋਲਕੀਆਂ ਨਾਲ ਗੀਤ ਗਾਏ ਜਾਂਦੇ ਹਨ। ਅੱਜ ਵਿਆਹ ਢੰਗਾਂ ਵਿੱਚੋਂ ਕੁਆਰੀਆਂ ਕੁੜੀਆਂ ਦੇ ਮਨ ਦੇ ਚਾਵਾਂ ਨੂੰ ਪ੍ਰਗਟ ਕਰਨ ਵਾਲੇ ਨਿੱਕੇ ਟੱਪੇ, ਕੋਇਲਾਂ ਵਰਗੀ ਮਿੱਠੀ ਸੁਰ ਵਿੱਚ ਪਾਈਆਂ ਜਾਂਦੀਆਂ ਬੋਲੀਆਂ, ਰੂਹਾਂ ਵਿੱਚੋਂ ਨਿਕਲਣ ਵਾਲੇ ਨਵੇਂ ਸੱਜਰੇ ਤੇ ਭਾਵਾਂ ਨਾਲ ਭਿੱਜੇ ਹੋਏ ਰਾਗ, ਘੋੜੀਆਂ, ਸੁਹਾਗ, ਹਾਸੇ ਦੀਆਂ ਗੱਲਾਂ ਸਭ ਅਲੋਪ ਹਨ। ਅੱਜ ਵਿਆਹ ਢੰਗਾਂ ਵਿੱਚ ਖੁਸ਼ੀ ਭਰਨ ਵਾਲੀਆਂ ਮਖੌਲੀ ਤਬੀਅਤਾਂ ਵਾਲੇ ਬੰਦੇ, ਦਾਨ ਕਰਨ ਵਾਲੇ, ਭੰਡਾਰੇ ਵਰਤਾਉਣ ਵਾਲੇ, ਜਾਜੀ ਮਾਝੀ ਭਾਵ ਕੁੜੀ ਦੇ ਮਾਪਿਆਂ ਵੱਲ ਦੇ ਬੰਦੇ ਤੇ ਕੇਸਰ ਰੰਗੀਆਂ ਜੰਝਾਂ ਦੀ ਜਗਮਗ ਆਦਿ ਸਭ ਕੁਝ ਕਿਧਰੇ ਛਿਪ ਗਿਆ ਹੈ। ਅੱਜ ਦੇ ਵਿਆਹ ਢੰਗ ਵਿੱਚੋਂ ਲਾੜੇ ਦਾ ਘੋੜੀ ਉੱਤੇ ਚੜ੍ਹਨਾ, ਉਸ ਦੀਆਂ ਭੈਣਾਂ ਦਾ ਗਾ ਕੇ ਘੋੜੀ ਦੀ ਵਾਂਗ ਦਾ ਗੁੰਦਣਾ, ਚਿੱਟੀ ਘੋੜੀ ਦਾ ਬੜੇ ਨਖਰੇ ਤੇ ਚਾਅ ਵਿੱਚ ਲਾੜੇ ਨੂੰ ਆਪਣੀ ਪਿੱਠ ਉੱਪਰ ਚੁੱਕ ਕੇ ਖੁਸ਼ ਹੋਣਾ ਅਤੇ ਲਾੜੇ ਦੀਆਂ ਭੈਣਾਂ ਦਾ ਘੋੜੀ ਦੇ ਗਲ ਦੀਆਂ ਗਾਨੀਆਂ ਨਾਲ ਰਲ ਮਿਲ ਕੇ ਗਾਉਣਾ ਆਦਿ ਸਭ ਗੱਲਾਂ ਕਿਧਰੇ ਅਲੋਪ ਹੀ ਹੋ ਗਈਆਂ ਹਨ। ਅਜੋਕੇ ਵਿਆਹ ਢੰਗ ਰਸਹੀਨ ਤੇ ਫਿੱਕੇ ਹਨ। ਉਹ ਨੇਜੇਬਾਜ਼ੀਆਂ ਵਿਆਹਾਂ 'ਤੇ, ਉਹ ਰੰਗ ਬਰੰਗ ਦੀਆਂ ਚੋਚਲਾਂ, ਉਹ ਖੇਡਾਂ, ਉਹ ਕੌਡੀਆਂ, ਉਹ ਖੁੱਲ੍ਹੇ ਖੇਤਾਂ ਵਿੱਚ ਦੌੜਾਂ ਖੁਸ਼ੀ ਦੀਆਂ, ਉਹ ਦਰਿਆਵਾਂ ਦਾ ਨਹਾਉਣ ਜਾਣਾ ਢੋਲਕੀ ਵੱਜਦੇ,
ਉਹ ਸੌਂਚੀਆਂ, ਉਹ ਕੁਸ਼ਤੀਆਂ, ਅਖਾੜੇ ਤੇ ਕਬੱਡੀਆਂ। ਪ੍ਰੋਫੈਸਰ ਪੂਰਨ ਸਿੰਘ ਅਜੋਕੇ ਪੰਜਾਬ ਦੇ ਇੱਕ ਪੜ੍ਹੇ ਲਿਖੇ ਨੌਜਵਾਨ ਨੂੰ ਕਹਿੰਦਾ ਹੈ ਕਿ ਅੱਜ ਕੱਲ੍ਹ ਦੇ ਵਿਆਹ ਢੰਗ ਫਿੱਕੇ ਤੇ ਰਸਹੀਨ ਹਨ। ਪੁਰਾਣੇ ਸਮੇਂ ਦੇ ਪੰਜਾਬ ਵਿੱਚ ਵਿਆਹ ਦੇ ਮੌਕੇ ਉੱਤੇ ਨੇਜੇਬਾਜ਼ੀਆਂ ਹੁੰਦੀਆਂ ਸਨ ਤੇ ਤਰ੍ਹਾਂ ਤਰ੍ਹਾਂ ਦੇ ਦਿਲ ਪਰਚਾਵੇ ਦੇ ਕੰਮ ਕੀਤੇ ਜਾਂਦੇ ਸਨ। ਅੱਜ ਦੇ ਪੰਜਾਬੀ ਜੀਵਨ ਵਿੱਚੋਂ ਖੁਸ਼ੀ ਨਾਲ ਖੇਡੀਆਂ ਜਾਂਦੀਆਂ ਖੇਡਾਂ, ਕੌਡੀਆਂ ਤੇ ਖੁੱਲ੍ਹੇ ਖੇਤਾਂ ਵਿੱਚ ਲਾਈਆਂ ਜਾਂਦੀਆਂ ਦੌੜਾਂ ਅਲੋਪ ਹੋ ਚੁੱਕੀਆਂ ਹਨ। ਹੁਣ ਕੋਈ ਦਰਿਆਵਾਂ ਉੱਪਰ ਢੋਲਕੀਆਂ ਵਜਾਉਂਦੇ ਹੋਏ ਨਹਾਉਣ ਨਹੀਂ ਜਾਂਦੇ ਤੇ ਨਾ ਹੀ ਪੰਜਾਬੀ ਜੀਵਨ ਵਿੱਚੋਂ ਸੌਂਚੀਆਂ, ਕੁਸ਼ਤੀਆਂ ਲਈ ਪਹਿਲਵਾਨਾਂ ਦੇ ਅਖਾੜੇ ਤੇ ਕਬੱਡੀਆਂ ਰਹੀਆਂ ਹਨ। ਵਰਤਮਾਨ ਪੰਜਾਬੀ ਜੀਵਨ ਫਿੱਕਾ ਤੇ ਬੇਰਸਾ ਹੈ। ਸਭ ਜੀਣ ਦਾ ਚਾਅ ਹੋਣ ਦਾ ਮਾਣ, ਥੀਣ ਦਾ ਨਸ਼ਾ ਕਿੱਥੇ। ਉਹ ਪਿਆਰੀ ਬਸੰਤ ਦੀਆਂ ਫੁੱਲਾਂ ਦੀਆਂ ਹੋਲੀਆਂ, ਬਾਗ ਬਾਗ ਭਰ ਪਿਚਕਾਰੀਆਂ ਰੂਪਾਂ ਦਾ ਖੇਡਣਾ। ਉਹ ਲੋਹੀਆਂ ਦੀ ਲੱਕੜਾਂ ਦੀ ਮੰਗ ਬੂਹੇ ਬੂਹੇ, ਉਹ ਕੁੜੀਆਂ ਦਾ ਜੁੜਨਾ, ਅੱਗ ਦੇ ਚੁਫੇਰੇ ਤੇ ਗਿੱਧਾ ਪਾ ਪਾ ਗਾਉਣਾ। ਇਹਨਾਂ ਸਤਰਾਂ ਵਿੱਚ ਪ੍ਰੋਫੈਸਰ ਪੂਰਨ ਸਿੰਘ ਵਰਤਮਾਨ ਪੰਜਾਬੀ ਸੱਭਿਅਤਾ ਵਿੱਚ ਪੈਦਾ ਹੋਈ ਬੇਰਸੀ ਤੇ ਰੁੱਖੇਪਨ ਨੂੰ ਯਾਦ ਕਰਦਾ ਹੋਇਆ ਪੰਜਾਬ ਦੀ ਪੁਰਾਤਨ ਰਸ ਤੇ ਰੰਗੀਨੀ ਭਰੀ ਸੱਭਿਅਤਾ ਨੂੰ ਯਾਦ ਕਰਦਾ ਹੈ। ਪ੍ਰੋਫੈਸਰ ਪੂਰਨ ਸਿੰਘ ਅਜੋਕੇ ਪੰਜਾਬ ਦੇ ਇੱਕ ਪੜ੍ਹੇ ਲਿਖੇ ਨੌਜਵਾਨ ਨੂੰ ਕਹਿੰਦਾ ਹੈ ਕਿ ਅੱਜ ਦੇ ਪੰਜਾਬੀ ਜੀਵਨ ਵਿੱਚ ਪੁਰਾਣੇ ਪੰਜਾਬ ਵਰਗਾ ਜਿਉਣ ਦਾ ਚਾਅ, ਆਪਣੀ ਹੋਂਦ ਦਾ ਮਾਣ ਤੇ ਥੀਣ ਨਸ਼ਾ ਨਹੀਂ ਰਿਹਾ। ਇਸ ਵਿੱਚੋਂ ਪਿਆਰੀ ਬਸੰਤ ਰੁੱਤ ਦੁਆਰਾ ਹਰ ਬਾਗ ਵਿੱਚ ਮਨਾਈਆਂ ਜਾਂਦੀਆਂ ਫੁੱਲਾਂ ਦੀਆਂ ਹੋਲੀਆਂ ਵੀ ਅਲੋਪ ਹਨ, ਜਦੋਂ ਕਿ ਸਾਰੇ ਲੋਕ ਰੰਗਾਂ ਦੀਆਂ ਪਿਚਕਾਰੀਆਂ ਭਰ ਕੇ ਆਪਸ ਵਿੱਚ ਰੰਗਾਂ ਦੀ ਖੇਡ ਖੇਡਦੇ ਸਨ। ਅੱਜ ਹਰ ਬੂਹੇ ਉੱਪਰ ਜਾ ਕੇ ਲੋਹੜੀ ਲਈ ਲੱਕੜਾਂ ਦੀ ਮੰਗ ਕਰਨਾ ਵੀ ਅਲੋਪ ਹੋ ਗਿਆ ਹੈ ਤੇ ਨਾ ਹੀ ਲੋਹੜੀ ਦੀ ਧੂਣੀ ਦੇ ਚੁਫੇਰੇ ਕੁੜੀਆਂ ਜੁੜ ਕੇ ਗਿੱਧੇ ਪਾਉਂਦੀਆਂ ਅਤੇ ਗਾਉਂਦੀਆਂ ਹਨ। ਵਹਿਮ ਜੇ ਉਡੇ ਤਾਂ ਉਡੇ ਸਦਕੇ, ਵਹਿਮਾਂ ਦਾ ਉੱਡਣਾ ਜ਼ਰੂਰ ਸੀ, ਪਰ ਸਾਡੀਆਂ ਸਾਰੀਆਂ ਖੁਸ਼ੀਆਂ ਨਾਲੇ ਗਈਆਂ। ਜਿੰਦ ਕਿੱਥੇ ਟੁਰ ਗਈ, ਨਾਲੇ ਰੂਹ ਕਿੱਥੇ ਟੁਰ ਗਿਆ। ਔਖਾ ਹੈ ਜਿੱਦਾਂ ਫਸਣੀਆਂ ਨੂੰ ਕੱਢਣਾ, ਕੰਡੇ ਨਾਲੋਂ ਫੁੱਲ ਨੂੰ ਤੋੜਨਾ, ਫੁੱਲ ਨੂੰ ਮਾਰਨਾ ਹੈ। ਇਹਨਾਂ ਸਤਰਾਂ ਵਿੱਚ ਕਵੀ ਵਰਤਮਾਨ ਪੰਜਾਬੀ ਸੱਭਿਅਤਾ ਵਿੱਚੋਂ ਪੁਰਾਤਨ ਰਸ ਤੇ ਰੰਗੀਨੀ ਦੇ ਖਤਮ ਹੋਣ ਉੱਪਰ ਦੁੱਖ ਪ੍ਰਗਟ ਕਰਦਾ ਹੈ। ਪ੍ਰੋਫੈਸਰ ਪੂਰਨ ਸਿੰਘ ਪੁਰਾਣੇ ਪੰਜਾਬ ਨੂੰ ਯਾਦ ਕਰਦਾ ਹੋਇਆ ਅਜੋਕੇ ਪੰਜਾਬ ਦੇ ਇੱਕ ਪੜ੍ਹੇ ਲਿਖੇ ਨੌਜਵਾਨ ਨੂੰ ਕਹਿੰਦਾ ਹੈ ਕਿ ਇਹ ਚੰਗਾ ਹੋਇਆ ਹੈ ਕਿ ਵਰਤਮਾਨ ਪੰਜਾਬ ਵਿੱਚੋਂ ਪੁਰਾਣੇ ਵਹਿਮ ਭਰਮ ਉੱਡ ਗਏ ਹਨ। ਇਹਨਾਂ ਦਾ ਦੂਰ ਹੋਣਾ ਜ਼ਰੂਰੀ ਸੀ, ਪਰ ਇਸ ਦੇ ਨਾਲ ਦੁੱਖ ਦੀ ਗੱਲ ਇਹ ਹੋਈ ਹੈ ਕਿ ਸਾਡੀਆਂ ਸਾਰੀਆਂ ਖੁਸ਼ੀਆਂ ਵੀ ਨਾਲ ਹੀ ਛਪਨ ਹੋ ਗਈਆਂ ਹਨ। ਮੈਨੂੰ ਤਾਂ ਇਹ ਪਤਾ ਨਹੀਂ ਲੱਗਦਾ ਕਿ ਪੰਜਾਬ ਦੀ ਜਿੰਦ ਕਿੱਥੇ ਗਈ ਹੈ ਤੇ ਰੂਹ ਕਿੱਥੇ ਚਲੇ ਗਈ ਹੈ। ਅਰਥਾਤ ਪੰਜਾਬੀ ਜੀਵਨ ਵਿੱਚ ਮੁਰਦੇਹਾਣੀ ਜਿਹੀ ਛਾ ਗਈ ਹੈ। ਇਸ ਦੁਖਾਂਤਕ ਸਥਿਤੀ ਵਿੱਚ ਫਸੀਆਂ ਪੰਜਾਬੀਆਂ ਦੀਆਂ ਜ਼ਿੰਦਗੀਆਂ ਨੂੰ ਕੱਢਣਾ ਬਹੁਤ ਔਖਾ ਜਾਪਦਾ ਹੈ। ਅਸਲ ਵਿੱਚ ਜਿੱਥੇ ਫੁੱਲ ਹੁੰਦਾ ਹੈ ਉੱਥੇ ਕੰਡਾ ਵੀ ਹੁੰਦਾ ਹੈ। ਕੰਡੇ ਨਾਲੋਂ
ਫੁੱਲ ਨੂੰ ਤੋੜਨ ਦਾ ਮਤਲਬ ਫੁੱਲ ਦਾ ਨਾਸ਼ ਕਰਨਾ ਹੁੰਦਾ ਹੈ। ਇਸੇ ਤਰ੍ਹਾਂ ਸੋਹਣੇ ਪੰਜਾਬ ਨੂੰ ਪੁਰਾਤਨਤਾ ਦੀਆਂ ਬੁਰਾਈਆਂ ਨਾਲੋਂ ਅਲੱਗ ਕਰਕੇ ਇਸ ਵਿਚਲੇ ਰਸ ਤੇ ਖੁਸ਼ੀਆਂ ਨੂੰ ਮਾਰ ਦਿੱਤਾ ਹੈ। ਦੱਸ ਨਾ ਇਹ ਕੀ ਹੋਇਆ, ਕਿਸ ਲਈ ਸਭ ਕੁਝ ਹੋਇਆ। ਦਵਾਈਆਂ ਖਾਂ ਮਰੀਜ਼ ਹੀ ਮੋਇਆ, ਸਾਡੇ ਹੱਥ ਕੀ ਆਇਆ। ਦਿਲ ਸਾਡੇ ਸੱਖਣੇ, ਲਾਟ ਬੁਝ ਗਈ ਹੈ। ਇਹਨਾਂ ਸਤਰਾਂ ਵਿੱਚ ਪ੍ਰੋਫੈਸਰ ਪੂਰਨ ਸਿੰਘ ਪੰਜਾਬ ਦੀ ਪੁਰਾਤਨ ਰਸ ਤੇ ਰੰਗੀਨੀ ਭਰੀ ਸੱਭਿਅਤਾ ਦੇ ਖੁੱਸਣ ਤੇ ਨਵੀਂ ਰੁੱਖੀ ਤੇ ਰਸਹੀਨ ਸੱਭਿਅਤਾ ਦੇ ਪ੍ਰਫੁੱਲਤ ਹੋਣ ਉੱਪਰ ਡਾਢੇ ਕਰੁਣਾਮਈ ਭਾਵ ਅੰਕਿਤ ਕਰਦਾ ਹੈ। ਪ੍ਰੋਫੈਸਰ ਪੂਰਨ ਸਿੰਘ ਪੁਰਾਣੇ ਪੰਜਾਬ ਨੂੰ ਆਵਾਜ਼ਾਂ ਮਾਰਦਾ ਹੋਇਆ ਅਜੋਕੇ ਪੰਜਾਬ ਦੇ ਇੱਕ ਪੜ੍ਹੇ ਲਿਖੇ ਨੌਜਵਾਨ ਨੂੰ ਕਹਿੰਦਾ ਹੈ ਕਿ ਅਸੀਂ ਪੰਜਾਬ ਦਾ ਪੁਰਾਤਨਤਾ ਦੀਆਂ ਬੁਰਾਈਆਂ ਤੋਂ ਛੁਟਕਾਰਾ ਕਰਾਉਣ ਦੇ ਯਤਨ ਵਿੱਚ ਪੰਜਾਬੀ ਜੀਵਨ ਦੀਆਂ ਸਾਰੀਆਂ ਖੁਸ਼ੀਆਂ ਦਾ ਅੰਤ ਕਰ ਲਿਆ ਹੈ। ਅਸੀਂ ਪੁਰਾਤਨ ਪੰਜਾਬ ਦੀਆਂ ਖੁੱਲ੍ਹਾਂ ਖੁਸ਼ੀਆਂ ਤੇ ਰੰਗੀਨੀਆਂ ਨੂੰ ਗੁਆ ਕੇ ਕੁਝ ਵੀ ਨਹੀਂ ਖੱਟਿਆ। ਸਾਡੀ ਦਵਾਈ ਖਾ ਕੇ ਤਾਂ ਮਰੀਜ਼ ਹੀ ਮਰ ਗਿਆ ਹੈ। ਸਾਨੂੰ ਪੰਜਾਬ ਦੇ ਸੁਧਾਰ ਦਾ ਯਤਨ ਕਰਕੇ ਕੁਝ ਵੀ ਨਹੀਂ ਲੱਭਾ। ਫਲਸਰੂਪ ਸਾਡੇ ਦਿਲ ਸੱਖਣੇ ਹੋ ਗਏ ਹਨ। ਉਹਨਾਂ ਵਿੱਚੋਂ ਖੁਸ਼ੀਆਂ ਤੇ ਰੰਗੀਨੀਆਂ ਦੀ ਲਾਟ ਬੁਝ ਗਈ ਹੈ। ਧੰਨਵਾਦ।